ਜੇ ਆਪਾਂ ਵਾਲਾਂ ਦੀ ਗੱਲ ਕਰਦੇ ਹਾਂ ਹੇਅਰ ਫਾਲ ਬਹੁਤ ਜ਼ਿਆਦਾ ਕਾਮਨ ਹੈ। ਜੇ ਦਿਨ ਦੇ 10 ਪੇਸ਼ੈਂਟ ਆਉਂਦੇ ਆ ਮਾਰਨਿੰਗ ਦੇ ਵਿੱਚ ਤਾਂ ਪਹਿਲੇ ਯੂਜੂਅਲੀ 5 ਪੇਸ਼ੈਂਟ ਹੇਅਰ ਫਾਲ ਦੇ ਆਉਂਦੇ ਆ। ਇੰਨੀ ਜ਼ਿਆਦਾ ਕਾਮਨ ਪ੍ਰੋਬਲਮ ਹੈ। ਜੇ ਤੁਸੀਂ ਰਿਬੌਂਡਿੰਗ ਕਰਾਉਂਦੇ ਹੋ, ਸਟ੍ਰੇਟਨਿੰਗ ਕਰਾਉਂਦੇ ਹੋ, ਯੂਜੂਅਲੀ 2-3 ਮਹੀਨੇ ਬਾਅਦ ਹੇਅਰ ਫਾਲ ਸ਼ੁਰੂ ਹੁੰਦਾ ਹੈ ਅਤੇ ਉਹਦੇ ਵਿੱਚ ਬਾਲ ਵਿੱਚੋਂ ਵੀ ਟੁੱਟਣੇ ਸ਼ੁਰੂ ਹੁੰਦੇ ਕਿਉਂਕਿ ਉਹ ਇੰਨਾ ਜ਼ਿਆਦਾ ਡਰਾਈ ਕਰਦੇ ਆ, ਵਾਲਾਂ ਨੂੰ ਖਿੱਚਦੇ ਹੈ, ਹੀਟ ਹੁੰਦੀ ਹੈ ਤਾਂ ਉਸ ਕਰਕੇ ਉਹ ਬ੍ਰੇਕ ਕਰਦੇ ਆ। ਬਹੁਤ ਜ਼ਿਆਦਾ ਸਟ੍ਰੈਸ ਜੇ ਹੋਏਗਾ ਤਾਂ ਬਹੁਤ ਕਾਮਨ ਕਾਰਨ ਹੈ ਹੇਅਰ ਫਾਲ ਦਾ। ਅੱਛਾ ਇੱਕ ਸਟ੍ਰੈਸ ਫ੍ਰੀ ਲਾਈਫ ਸਟਾਈਲ ਚਾਹੀਦਾ ਹੈ। ਮੈਡੀਟੇਸ਼ਨ ਕਰੋ, ਪ੍ਰੋਪਰ ਐਕਸਰਸਾਈਜ਼ ਕਰੋ। ਐਕਸਰਸਾਈਜ਼ ਕਰਦੇ ਹੋ, ਨਿਊਟ੍ਰੀਸ਼ਨ ਵੀ ਯੂਟੀਲਾਈਜ਼ ਹੁੰਦਾ ਹੈ, ਤੁਹਾਡੇ ਸਟ੍ਰੈਸ ਲੈਵਲਸ ਵੀ ਘੱਟ ਰਹਿੰਦੇ ਆ। ਮੋਸਟਲੀ ਪੇਸ਼ੈਂਟਸ ਇਹੀ ਆਉਂਦੇ ਆ ਕਿ ਅਸੀਂ ਸਰੋਂ ਦਾ ਤੇਲ ਚੱਸ ਰਹੇ ਹਾਂ ਜਾਂ ਲਗਾ ਰਹੇ ਹਾਂ। ਜੇ ਲਗਾਉਣਾ ਚਾਹੁੰਦੇ ਹੋ ਤਾਂ ਵਾਲਾਂ ਦੀ ਲੈਂਥ 'ਚ ਲਗਾ ਸਕਦੇ ਹੋ। ਜੇ ਤੁਹਾਨੂੰ ਰੁੱਖੇ ਲੱਗਦੇ ਆ, ਲੰਬਾਈ 'ਚ ਲਗਾ ਸਕਦੇ ਹੋ। ਜੜ੍ਹਾਂ 'ਚ ਮਾਲਿਸ਼ ਕਰਨ ਦਾ ਕੋਈ ਬਹੁਤ ਜ਼ਿਆਦਾ ਰੋਲ ਨਹੀਂ ਹੈ, ਸਿਰਫ ਥੋੜ੍ਹੀ ਬਲੱਡ ਸਪਲਾਈ ਵਧਾਉਣ ਦੇ ਵਿੱਚ ਰੋਲ ਹੈਗਾ ਹੈ। ਬਟ ਐਸਾ ਜੇ ਆਪਾਂ ਕਹੀਏ ਕਿ ਹੇਅਰ ਫਾਲ ਰੁਕ ਜਾਏਗਾ ਤਾਂ ਕੋਈ ਬਹੁਤ ਜ਼ਿਆਦਾ ਉਹਦੇ ਨਾਲ ਫਰਕ ਨਹੀਂ ਪੈਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ। ਮੈਂ ਹਾਂ ਕਰਨ। ਸਿਹਤ ਨਾਲ ਜੁੜੀ ਸਾਡੀ ਖਾਸ ਕਵਰੇਜ ਦੇ ਵਿੱਚ ਅੱਜ ਗੱਲ ਕਰਾਂਗੇ ਵਾਲ ਕਿਉਂ ਝੜਦੇ ਨੇ, ਵਾਲਾਂ ਦੀ ਸੰਭਾਲ ਕਿਵੇਂ ਕੀਤੀ ਜਾ ਸਕੇ, ਇਹੋ ਜਿਹੀ ਕਿਹੜੀ ਖੁਰਾਕ ਹੈ ਜਿਹੜੀ ਅਸੀਂ ਖਾਈਏ ਕਿ ਸਾਡੇ ਜਿਹੜੇ ਵਾਲ ਤੰਦਰੁਸਤ ਰਹਿਣ। ਜੇਕਰ ਮੁੰਡਿਆਂ ਦੀ ਗੱਲ ਕਰੀਏ, ਦਾੜੀ ਦੇ ਵਾਲ ਕਈਆਂ ਦੇ ਨਹੀਂ ਆਉਂਦੇ, ਉਸ ਬਾਰੇ ਸਾਰੇ ਕਾਸੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਮਨਪ੍ਰੀਤ ਮੈਮ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਥੈਂਕ ਯੂ। ਜੇ ਆਪਾਂ ਵਾਲਾਂ ਦੀ ਗੱਲ ਕਰਦੇ ਹਾਂ ਹੇਅਰ ਫਾਲ ਬਹੁਤ ਜ਼ਿਆਦਾ ਕਾਮਨ ਹੈ। ਜੇ ਦਿਨ ਦੇ 10 ਪੇਸ਼ੈਂਟ ਆਉਂਦੇ ਆ ਮਾਰਨਿੰਗ ਦੇ ਵਿੱਚ ਤਾਂ ਪਹਿਲੇ ਯੂਜੂਅਲੀ 5 ਪੇਸ਼ੈਂਟ ਹੇਅਰ ਫਾਲ ਦੇ ਆਉਂਦੇ ਆ। ਇੰਨੀ ਜ਼ਿਆਦਾ ਕਾਮਨ ਪ੍ਰੋਬਲਮ ਹੈ। ਅਤੇ ਜੇ ਹੇਅਰ ਫਾਲ ਤੁਸੀਂ ਕੁਝ ਸਪੈਸੀਫਿਕ ਪੁੱਛਣਾ ਚਾਹੁੰਦੇ ਹੋ ਜਾਂ ਮੈਂ ਤੁਹਾਨੂੰ ਦੱਸਦਾ ਕਿ ਕੀ ਕਰਨਾ ਚਾਹੀਦਾ ਹੇਅਰ ਫਾਲ? ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਕਾਮਨ ਪ੍ਰੋਬਲਮ ਹੈ ਹੇਅਰ ਫਾਲ ਆਉਂਦੇ, ਮਤਲਬ ਕਿਹੜੀ ਉਮਰ 'ਚ ਸ਼ੁਰੂ ਹੁੰਦਾ ਹੈ ਵਾਲ ਝੜਨਾ, ਕਾਰਨ ਕੀ ਰਹਿੰਦੇ ਨੇ ਮੋਟੇ ਤੌਰ 'ਤੇ? ਜੇ ਆਪਾਂ ਵੱਡੇ ਤੌਰ 'ਤੇ ਦੇਖੀਏ ਕਿ ਕੀ ਕਾਰਨ ਰਹਿੰਦੇ ਹੈ ਤਾਂ ਯੂਜੂਅਲੀ ਕੁੜੀਆਂ ਦੇ ਵਿੱਚ ਹੇਅਰ ਫਾਲ ਦਾ ਕਾਰਨ ਉਹਨੂੰ ਟਿਲੋਜਨ ਇਫਲੂਵੀਅਮ ਕਿਹਾ ਜਾਂਦਾ ਹੈ ਟੈਕਨੀਕਲ ਟਰਮ ਦੇ ਵਿੱਚ। ਉਹਦੇ ਕਾਰਨ ਬਹੁਤ ਸਾਰੇ ਹੋ ਸਕਦੇ ਨੇ। ਸਟ੍ਰੈਸ ਹੈ, ਕੋਈ ਡਾਇਟ ਦੇ ਵਿੱਚ ਚੇਂਜ ਆਇਆ ਹੈ, ਪ੍ਰੈਗਨੈਂਸੀ ਤੋਂ ਬਾਅਦ ਹੋ ਸਕਦਾ ਹੈ, ਲੈਕਟੇਸ਼ਨ ਤੋਂ ਬਾਅਦ, ਫੀਡ ਦੇਣ ਤੋਂ ਬਾਅਦ ਹੋ ਸਕਦਾ ਹੈ, ਜਾਂ ਬਹੁਤ ਜ਼ਿਆਦਾ ਬਿਮਾਰ ਪਏ ਹੋ, ਕੋਈ ਟਾਈਫਾਇਡ ਹੈ, ਡੇਂਗੂ ਹੈ, ਈਵਨ ਕਰੋਨਾ ਵਾਇਰਸ ਹੈ। ਉਸ ਤੋਂ ਬਾਅਦ ਜਿਹੜੇ ਪੇਸ਼ੈਂਟ ਆਉਂਦੇ ਉਸ ਤੋਂ ਯੂਜੂਅਲੀ 2-3 ਮਹੀਨੇ ਬਾਅਦ ਹੇਅਰ ਫਾਲ ਹੁੰਦਾ ਹੈਗਾ। ਉਸ ਤੋਂ ਇਲਾਵਾ ਜੇ ਕੋਈ ਸਰਜਰੀ ਹੋਈ ਹੈ, ਕੋਈ ਮੇਜਰ ਸਰਜਰੀ ਹੈ, ਕੋਈ ਬਹੁਤ ਜ਼ਿਆਦਾ ਦੇਰ ਕੋਈ ਮੇਜਰ ਇਲਨੈਸ ਹੈ, ਉਸ ਤੋਂ ਬਾਅਦ ਹੇਅਰ ਫਾਲ ਹੁੰਦਾ ਹੈ। ਜਿਵੇਂ ਕੁੜੀਆਂ ਰਿਬਾਉਂਡਿੰਗ ਵਗੈਰਾ ਕਰਵਾਉਂਦੀਆਂ ਨੇ, ਕਲਰ ਕਰਵਾਉਂਦੀਆਂ ਨੇ, ਕਾਰਨ ਹੈ? ਡੈਫੀਨੇਟਲੀ ਬਹੁਤ ਵੱਡਾ ਕਾਰਨ ਹੈ ਕਿਉਂਕਿ ਸਟ੍ਰੇਟਨਿੰਗ ਅਤੇ ਰਿਬੌਂਡਿੰਗ ਨਾਲ ਯੂਜੂਅਲੀ ਵਾਲ ਵਿੱਚੋਂ ਟੁੱਟਣ ਲੱਗਦੇ ਹੈ। ਬਾਕੀ ਚੀਜ਼ਾਂ ਨਾਲ ਵਾਲ ਜਿਹੜੇ ਆਪਣੀ ਜੜ ਛੱਡਦੇ ਹੈ। ਜੇ ਬੇਸਿਕਲੀ ਕੀ ਹੁੰਦਾ ਹੈ, ਜਦੋਂ ਵੀ ਤੁਸੀਂ ਬਹੁਤ ਜ਼ਿਆਦਾ ਬਿਮਾਰ ਪੈਂਦੇ ਹੋ, ਸਟ੍ਰੈਸ 'ਚ ਜਾਂਦੇ ਹੋ, ਜਿਹੜੀ ਬੋਡੀ ਹੈ ਉਹਨੂੰ ਲੱਗਦਾ ਹੈ ਕਿ ਜਿਹੜੇ ਵਾਲ ਹੈ ਉਹ ਤੁਹਾਡੀ ਬੋਡੀ ਦਾ ਫਾਲਤੂ ਪਾਰਟ ਹੈ ਅਤੇ ਵਾਲਾਂ ਦੀ ਬਲੱਡ ਸਪਲਾਈ ਘਟਣੀ ਸ਼ੁਰੂ ਹੋ ਜਾਂਦੀ ਹੈ, ਨਿਊਟ੍ਰੀਸ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹ ਸਾਰਾ ਤੁਹਾਡੇ ਵਾਈਟਲ ਔਰਗਨਸ, ਜਿਹੜੇ ਜ਼ਰੂਰੀ ਔਰਗਨਸ ਹੈ, ਉਹਨਾਂ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਰਕੇ ਵਾਲ ਆਪਣੀ 2-3 ਮਹੀਨੇ ਬਾਅਦ ਜੜ ਛੱਡ ਦਿੰਦੇ ਹੈ। ਜਿਹੜਾ ਹੇਅਰ ਸਾਈਕਲ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕੁਝ ਪ੍ਰੋਬਲਮ ਆਏਗੀ ਉਸ ਤੋਂ 2-3 ਮਹੀਨੇ ਬਾਅਦ ਤੁਹਾਨੂੰ ਹੇਅਰ ਫਾਲ ਸ਼ੁਰੂ ਹੋਏਗਾ। ਅਤੇ ਤੁਸੀਂ ਨੋਟਿਸ ਕਰੋਗੇ ਕਿ ਸਪੋਜ਼ ਜੇ ਇਸ ਟਾਈਮ 'ਤੇ ਕਾਫੀ ਸਾਰੇ ਜੇ ਕਰੋਨਾ ਦੇ ਪੇਸ਼ੈਂਟ ਹੈ, ਕੋਵਿਡ ਦੇ ਪੇਸ਼ੈਂਟ ਹੈ, ਡੇਂਗੂ ਦੇ ਪੇਸ਼ੈਂਟਸ ਹੈ, ਟਾਈਫਾਇਡ ਦੇ ਪੇਸ਼ੈਂਟ ਹੈ, ਉਹਨਾਂ ਨੂੰ ਹੁਣ 2-3 ਮੰਥਸ ਬਾਅਦ ਹੇਅਰ ਫਾਲ ਹੋਏਗਾ ਕਿਉਂਕਿ ਵਾਲ ਆਪਣੀ ਜੜ ਛੱਡਣਗੇ। ਤਾਂ ਜੇ ਤੁਸੀਂ ਰਿਬੌਂਡਿੰਗ ਕਰਾਉਂਦੇ ਹੋ, ਸਟ੍ਰੇਟਨਿੰਗ ਕਰਾਉਂਦੇ ਹੋ, ਯੂਜੂਅਲੀ 2-3 ਮਹੀਨੇ ਬਾਅਦ ਹੇਅਰ ਫਾਲ ਸ਼ੁਰੂ ਹੁੰਦਾ ਹੈ ਅਤੇ ਉਹਦੇ ਵਿੱਚ ਬਾਲ ਵਿੱਚੋਂ ਵੀ ਟੁੱਟਣੇ ਸ਼ੁਰੂ ਹੁੰਦੇ ਕਿਉਂਕਿ ਉਹ ਇੰਨਾ ਜ਼ਿਆਦਾ ਡਰਾਈ ਕਰਦੇ ਆ, ਵਾਲਾਂ ਨੂੰ ਖਿੱਚਦੇ ਹੈ, ਹੀਟ ਹੁੰਦੀ ਹੈ ਤਾਂ ਉਸ ਕਰਕੇ ਉਹ ਬ੍ਰੇਕ ਕਰਦੇ ਆ। ਸੇਮ ਜੇ ਤੁਸੀਂ ਬਹੁਤ ਜ਼ਿਆਦਾ ਬਲੋ ਡਰਾਈ ਕਰਦੇ ਹੋ ਵਾਲਾਂ ਨੂੰ, ਜੇ ਤੁਸੀਂ ਨੈਚੁਰਲੀ ਨਹੀਂ ਸੁੱਕਣ ਦਿੰਦੇ, ਬਲੋ ਡਰਾਈ ਕਰਦੇ ਹੋ, ਜਿਹੜੀ ਹੀਟ ਹੈ ਉਹਦੇ ਨਾਲ ਵਾਲ ਫੁੱਲਦਾ ਹੈ ਅਤੇ ਟੁੱਟਣ ਲੱਗ ਜਾਂਦਾ ਵਿੱਚੋਂ ਅਤੇ ਵਾਲ ਫ੍ਰੀਜ਼ੀ ਹੋਣੇ ਸ਼ੁਰੂ ਹੋ ਜਾਂਦੇ ਹੈ ਅਤੇ ਉਹਨਾਂ ਦੀ ਨੈਚੁਰਲ ਜਿਹੜਾ ਹੈ ਐਲੀਮੈਂਟ ਉਹ ਲੂਜ਼ ਹੋ ਜਾਂਦਾ ਹੈਗਾ। ਪਰ ਅੱਜ ਦੇ ਦੌਰ 'ਚ ਸਾਰੇ ਚਾਹੁੰਦੇ ਹੁੰਦੇ ਆ ਕਿ ਵਾਲ ਸਾਡੇ ਵਧੀਆ ਰਹਿਣ। ਤੁਸੀਂ ਕਾਰਨ ਦੱਸਦੇ ਵੀ ਕਿਉਂ ਝੜਦੇ ਨੇ, ਸੰਭਾਲ ਕਿਵੇਂ ਕੀਤੀ ਜਾਵੇ ਨਾ? ਸਭ ਤੋਂ ਜ਼ਿਆਦਾ ਜ਼ਰੂਰੀ ਵਾਲਾਂ ਲਈ ਡਾਇਟ ਹੈ। ਬਹੁਤ ਜ਼ਿਆਦਾ ਵੱਡਾ ਰੋਲ ਡਾਇਟ ਦਾ ਹੈ। ਡਾਇਟ ਦੇ ਵਿੱਚ ਤੁਸੀਂ ਹਾਈ ਪ੍ਰੋਟੀਨ ਡਾਇਟ ਲੈਣੀ ਹੈ। ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਵੈਜੀਟੇਰੀਅਨ ਦੇ ਵਿੱਚ ਤੁਹਾਡੀਆਂ ਦਾਲਾਂ ਆ ਗਈਆਂ, ਸੋਇਆਬੀਨ ਆ ਗਈ, ਜਿੰਨੀਆਂ ਵੀ ਪਲਸਿਸ ਹੈ, ਪਨੀਰ ਹੈ, ਟੋਫੂ ਹੈ, ਉਹ ਇੰਕਲੂਡ ਕਰਨਾ ਹੈ। ਜੇ ਤੁਸੀਂ ਨਾਨ ਵੈਜੀਟੇਰੀਅਨ ਹੋ ਤਾਂ ਨਾਨ ਵੈਜੀਟੇਰੀਅਨ ਲੈ ਸਕਦੇ ਹੋ, ਉਹਦੇ ਨਾਲ ਮੋਸਟਲੀ ਸਾਰਾ ਪ੍ਰੋਟੀਨ ਪੂਰਾ ਹੋ ਜਾਂਦਾ ਹੈਗਾ। ਉਸ ਤੋਂ ਇਲਾਵਾ ਪ੍ਰੋਟੀਨ ਤੋਂ ਇਲਾਵਾ ਫਿਰ ਮਾਈਕਰੋ ਨਿਊਟਰੀਐਂਟਸ ਆਉਂਦੇ ਹੈ ਜਿਸ ਤੁਹਾਡੇ ਫਰੂਟਸ ਦੇ ਵਿੱਚ ਆਉਂਦੇ ਹੈ,
ਤੁਹਾਡੇ ਨਟਸ ਹੋ ਗਏ, ਜਿੰਨੇ ਵੀ ਤੁਹਾਡੇ ਸੀਡਸ ਹੋ ਗਏ, ਉਹ ਜਿਹੜੇ ਹੈ ਉਹ ਤੁਹਾਨੂੰ ਹੈਲਪ ਕਰਦੇ ਆ ਪੂਰਾ ਇੱਕ ਪ੍ਰੋਪਰ ਨਿਊਟ੍ਰੀਸ਼ਨ ਦੇਣ ਦਾ। ਪਰ ਜੋ ਮੇਨ ਵਾਲ ਜਿਸ ਚੀਜ਼ ਦਾ ਬਣਿਆ ਹੁੰਦਾ ਹੈ ਉਹ ਪ੍ਰੋਟੀਨ ਹੈ, ਜੋ ਕੈਰਾਟਿਨ ਹੈ, ਉਹ ਤੁਹਾਨੂੰ ਡਾਇਟ ਤੋਂ ਮਿਲਦਾ ਹੈ। ਸਭ ਤੋਂ ਵੱਡਾ ਰੋਲ ਡਾਇਟ ਦਾ ਹੈ। ਦੈਨ ਕੋਈ ਵੀ ਆਰਟੀਫਿਸ਼ੀਅਲ ਟਰੀਟਮੈਂਟ, ਜਿਵੇਂ ਅਸੀਂ ਗੱਲ ਕਰ ਰਹੇ ਸੀ, ਕੋਈ ਵੀ ਆਰਟੀਫਿਸ਼ੀਅਲ ਟਰੀਟਮੈਂਟ ਨਹੀਂ ਕਰਾਉਣਾ ਚਾਹੀਦਾ। ਰਿਬੌਂਡਿੰਗ ਹੈ, ਸਟ੍ਰੇਟਨਿੰਗ ਹੈ, ਬਲੋ ਡਰਾਇੰਗ ਹੈ, ਜਿੱਥੇ ਤੱਕ ਪੋਸੀਬਲ ਹੈ ਅਵੋਇਡ ਕਰੋ। ਅੱਜ ਕੱਲ੍ਹ ਥੋੜੀ ਸੇਫਰ ਟਰੀਟਮੈਂਟ ਅਵੇਲੇਬਲ ਹੈ, ਜਿਵੇਂ ਕੈਰਾਟਿਨ ਟਰੀਟਮੈਂਟ ਹੈ, ਸਿਸਟੀਨ ਟਰੀਟਮੈਂਟ ਹੈ, ਜੋ ਕੈਰਾਟਿਨ ਤੋਂ ਵੀ ਸੇਫਰ ਹੈ। ਸੋ ਜਿਹੜੇ ਬਹੁਤ ਜ਼ਿਆਦਾ ਹਾਰਸ਼ ਟਰੀਟਮੈਂਟ ਹੈ, ਰਿਬੌਂਡਿੰਗ, ਸਟ੍ਰੇਟਨਿੰਗ, ਉਹ ਪ੍ਰੈਫਰੇਬਲੀ ਅਵੋਇਡ ਕਰੋ। ਅਦਰ ਦੈਨ ਦੈਟ ਬਹੁਤ ਜ਼ਿਆਦਾ ਸਟ੍ਰੈਸ ਜੇ ਹੋਏਗਾ ਤਾਂ ਬਹੁਤ ਕਾਮਨ ਕਾਰਨ ਹੈ ਹੈਅਰ ਫਾਲ ਦਾ। ਅੱਛਾ ਇੱਕ ਸਟ੍ਰੈਸ ਫਰੀ ਲਾਈਫ ਸਟਾਈਲ ਚਾਹੀਦਾ ਹੈ। ਮੈਡੀਟੇਸ਼ਨ ਕਰੋ, ਪ੍ਰੋਪਰ ਐਕਸਰਸਾਈਜ਼ ਕਰੋ। ਐਕਸਰਸਾਈਜ਼ ਕਰਦੇ ਹੋ, ਨਿਊਟ੍ਰੀਸ਼ਨ ਵੀ ਯੂਟੀਲਾਈਜ਼ ਹੁੰਦਾ ਹੈ, ਤੁਹਾਡੇ ਸਟ੍ਰੈਸ ਲੈਵਲਸ ਵੀ ਘੱਟ ਰਹਿੰਦੇ ਆ, ਤੁਹਾਡੀ ਬਾਡੀ ਦੇ ਵਿੱਚ ਇੰਡੋਰਫਿਨਸ ਬਣਦੇ ਆ, ਵਿਚ ਆਰ ਜਿਹੜੇ ਹਾਰਮੋਨਸ ਰਿਲੀਜ਼ ਹੁੰਦੇ ਆ ਵੈਨ ਯੂ ਫੀਲ ਗੁੱਡ, ਜੋ ਤੁਹਾਨੂੰ ਅੱਛਾ ਲੱਗਦਾ ਹੈ, ਜੋ ਸਾਰੀ ਬਾਡੀ ਨੂੰ ਮੇਨਟੇਨ ਕਰਨ, ਸਕਿਨ ਤੇ ਵਾਲਾਂ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦੇ ਆ। ਬਿਲਕੁਲ। ਸਾਨੂੰ ਪੰਜਾਬ ਦੇ ਪਿੰਡਾਂ ਵਾਲੇ ਵੀ ਦੇਖ ਰਹੇ ਹੋਣਗੇ ਮੈਮ, ਜਿਵੇਂ ਛੋਟੇ ਹੁੰਦੇ ਆ ਸਰੋਂ ਦੇ ਤੇਲ ਨਾਲ ਜਾਂ ਦੇਸੀ ਘੀ ਨਾਲ ਸਾਡੀਆਂ ਮਾਵਾਂ ਵਾਲ ਝੱਸਦੇ ਰਹੀਆਂ ਕਿ ਵਾਲ ਸੰਘਣੇ ਰਹਿਣਗੇ। ਕੀ ਇਹ ਤੇਲ ਜਾਂ ਫਿਰ ਘੀ ਜਾਂ ਫਿਰ ਅੱਜ ਕੱਲ੍ਹ ਜਿਹੜੀਆਂ ਨਵੀਆਂ ਚੀਜ਼ਾਂ ਆ ਗਈਆਂ ਇਹਨਾਂ ਦਾ ਵੀ ਰੋਲ ਹੈ ਵਾਲਾਂ ਨੂੰ ਸੰਭਾਲਣ ਦੇ ਵਿੱਚ, ਇਹਨਾਂ ਨੂੰ ਨਿਊਟ੍ਰੀਸ਼ਨ ਦੇਣ 'ਚ? ਦੇਖੋ, ਜਿਹੜਾ ਜੇ ਆਪਾਂ ਵਾਲ ਦੀ ਗੱਲ ਕਰਦੇ ਹਾਂ, ਜਿਹੜਾ ਆਪਣੇ ਵਾਲਾਂ ਦਾ ਇਹ ਵਾਲਾ ਹਿੱਸਾ ਹੈ, ਇਹ ਸਾਰਾ ਡੈਡ ਹੈ, ਇਹਦੇ ਵਿੱਚ ਜਾਨ ਨਹੀਂ ਹੈ। ਜਿਹੜੀ ਜਾਨ ਹੈ ਉੱਪਰ ਹੈ, ਰੂਟ ਦੇ ਵਿੱਚ ਹੈ। ਇੱਥੇ ਆਪਾਂ ਕੁਝ ਵੀ ਕਰਦੇ ਹਾਂ, ਕੁਝ ਜ਼ਿਆਦਾ ਫਰਕ ਨਹੀਂ ਪਏਗਾ, ਸਿਰਫ ਫ੍ਰਿਜ਼ੀਨੈਸ ਦਾ ਫਰਕ ਪਏਗਾ ਕਿ ਵਾਲ ਰੁੱਖੇ ਲੱਗ ਰਹੇ ਬਹੁਤ ਜ਼ਿਆਦਾ ਜਾਂ ਬਹੁਤ ਜ਼ਿਆਦਾ ਆਇਲੀ ਹੋ ਰਿਹਾ, ਸਿਰਫ ਉਨੀ ਚੀਜ਼ ਦਾ। ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਮੋਸਟਲੀ ਪੇਸ਼ੈਂਟਸ ਇਹੀ ਆਉਂਦੇ ਆ ਕਿ ਅਸੀਂ ਸਰੋਂ ਦਾ ਤੇਲ ਚੱਸ ਰਹੇ ਹਾਂ ਜਾਂ ਲਗਾ ਰਹੇ ਹਾਂ। ਜੇ ਲਗਾਉਣਾ ਚਾਹੁੰਦੇ ਹੋ ਤਾਂ ਵਾਲਾਂ ਦੀ ਲੈਂਥ 'ਚ ਲਗਾ ਸਕਦੇ ਹੋ, ਜੇ ਤੁਹਾਨੂੰ ਰੁੱਖੇ ਲੱਗਦੇ ਆ ਲੰਬਾਈ 'ਚ ਲਗਾ ਸਕਦੇ ਹੋ। ਜੜ੍ਹਾਂ 'ਚ ਮਾਲਿਸ਼ ਕਰਨ ਦਾ ਕੋਈ ਬਹੁਤ ਜ਼ਿਆਦਾ ਰੋਲ ਨਹੀਂ ਹੈ, ਸਿਰਫ ਥੋੜ੍ਹੀ ਬਲੱਡ ਸਪਲਾਈ ਵਧਾਉਣ ਦੇ ਵਿੱਚ ਰੋਲ ਹੈਗਾ ਹੈ। ਬਟ ਐਸਾ ਜੇ ਆਪਾਂ ਕਹੀਏ ਕਿ ਹੈਅਰ ਫਾਲ ਰੁਕ ਜਾਏਗਾ ਤਾਂ ਕੋਈ ਬਹੁਤ ਜ਼ਿਆਦਾ ਉਹਦੇ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜਾ ਦਵਾਈ ਦੀ ਪੈਨੀਟ੍ਰੇਸ਼ਨ ਹੈ ਉਹ ਵੀ ਬਹੁਤ ਮੁਸ਼ਕਿਲ ਨਾਲ ਹੁੰਦੀ ਹੈ ਵਾਲਾਂ ਦੇ ਵਿੱਚ। ਤਾਂ ਜੋ ਤੁਸੀਂ ਖਾ ਰਹੇ ਹੋ ਬੇਸਿਕਲੀ ਉਹਨੇ ਵਾਲ ਤੱਕ ਜਲਦੀ ਪਹੁੰਚਣਾ ਹੈ। ਤਾਂ ਇਸ ਕਰਕੇ ਲਗਾਉਣ ਵਾਲੇ ਤੇਲ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈ, ਨੁਕਸਾਨ ਵੀ ਨਹੀਂ ਹੈ। ਨੁਕਸਾਨ ਸਿਰਫ ਉਹਨਾਂ ਕੇਸਿਸ 'ਚ ਹੈ ਜਿਨ੍ਹਾਂ ਨੂੰ ਡੈਂਡਰਫ ਹੈ। ਜਿਹੜਾ ਡੈਂਡਰਫ ਹੈ ਉਹ ਆਲਰੇਡੀ ਜਿਹੜਾ ਸਕੈਲਪ ਆਇਲੀ ਹੈ ਉਹਦੇ 'ਚ ਹੁੰਦਾ ਹੈ। ਜੇ ਆਪਾਂ ਉੱਪਰੋਂ ਤੇਲ ਲਗਾਵਾਂਗੇ ਥੋੜ੍ਹੀ ਦੇਰ ਲਈ ਡੈਂਡਰਫ ਛੁਪ ਜਾਂਦਾ ਹੈ, ਬਟ ਡੈਂਡਰਫ ਅਲਟੀਮੇਟਲੀ ਵਧਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਸ ਕੇਸ ਦੇ ਵਿੱਚ ਤੇਲ ਅਵੋਇਡ ਕਰਨਾ ਹੈ। ਅਦਰਵਾਈਜ਼ ਜੇ ਲਗਾਉਣਾ ਚਾਹੁੰਦੇ ਹੋ ਤਾਂ ਲੈਂਥ 'ਚ ਲਗਾ ਸਕਦੇ ਹੋ। ਕੋਈ ਡੈਂਡਰਫ ਦੀ ਤੁਸੀਂ ਗੱਲ ਕੀਤੀ ਵੀ ਵੱਡੀ ਪ੍ਰੋਬਲਮ ਹੈ, ਵਾਲਾਂ ਨੂੰ ਵੱਡਾ ਨੁਕਸਾਨ ਵੀ ਹੈ। ਕਿਵੇਂ ਡੈਂਡਰਫ ਤੋਂ ਕਿਵੇਂ ਬਚਿਆ ਜਾਵੇ? ਪਹਿਲੀ ਚੀਜ਼ ਤਾਂ ਡੈਂਡਰਫ ਕਦੇ ਵੀ ਹੈਅਰ ਫਾਲ ਨਹੀਂ ਕਰਦਾ, ਜੋ ਇੱਕ ਕਾਮਨ ਜੋ ਲੋਕਾਂ ਦੇ ਵਿੱਚ ਮਿਸਕਨਸੈਪਸ਼ਨ ਰਹਿੰਦੀ ਹੈ ਕਿ ਸ਼ਾਇਦ ਡੈਂਡਰਫ ਨਾਲ ਹੈਅਰ ਫਾਲ ਹੋ ਜਾਂਦਾ। ਡੈਂਡਰਫ ਹੈਅਰ ਫਾਲ ਨਹੀਂ ਕਰਦਾ। ਡੈਂਡਰਫ ਇੱਕ ਤਰ੍ਹਾਂ ਦੀ ਫੰਗਸ ਹੁੰਦੀ ਹੈ ਜੋ ਤੁਹਾਡੇ ਸਿਰ ਦੇ ਵਿੱਚ ਹੁੰਦੀ ਹੈ ਔਰ ਕਾਫੀ ਲੰਬਾ ਟਾਈਮ ਰਹਿੰਦੀ ਹੈ, ਬੋਡੀ 'ਤੇ ਵੀ ਹੋ ਸਕਦੀ ਹੈ। ਮੋਸਟਲੀ ਜਿਹਨੂੰ ਡੈਂਡਰਫ ਥੋੜ੍ਹੀ ਯੰਗ ਏਜ ਸ਼ੁਰੂ ਹੋ ਜਾਂਦਾ ਹੈ ਤਾਂ ਉਹਦਾ ਰਹਿੰਦਾ ਹੈ ਲਾਈਫ ਲੌਂਗ। ਉਹਦੇ ਵਿੱਚ ਕਾਫੀ ਸਾਰੀਆਂ ਮੈਡੀਸਿਨਸ ਵੀ ਆਉਂਦੀਆਂ ਕੰਟਰੋਲ ਕਰਨ ਲਈ ਔਰ ਐਂਟੀ ਡੈਂਡਰਫ ਸ਼ੈਂਪੂ ਵੀ ਆਉਂਦੇ ਹੈ। 70-80% ਲੋਕਾਂ ਦਾ ਡੈਂਡਰਫ ਸਿੰਪਲ ਜਿਹੜੇ ਕੀਟੋਕੋਨਾਜ਼ੋਲ ਵਾਲੇ ਐਂਟੀ ਡੈਂਡਰਫ ਸ਼ੈਂਪੂ ਹੈ ਉਹਦੇ ਨਾਲ ਕੰਟਰੋਲ 'ਚ ਆ ਜਾਂਦਾ ਹੈ। ਜੇ ਤੁਸੀਂ ਐਂਟੀ ਡੈਂਡਰਫ ਸ਼ੈਂਪੂ ਯੂਜ਼ ਕਰ ਰਹੇ ਹੋ, ਉਹਨੂੰ ਸਕੈਲਪ 'ਤੇ ਯੂਜ਼ ਕਰੋ, ਮਸਾਜ ਕਰੋ, ਉਹਨੂੰ 5 ਮਿੰਟਸ ਮਸਾਜ ਕਰੋ ਅਤੇ ਉਸ ਤੋਂ ਬਾਅਦ ਹੈਅਰ ਵਾਸ਼ ਕਰੋ। ਲੈਂਥ 'ਤੇ ਤੁਸੀਂ ਆਪਣਾ ਨੋਰਮਲ ਸ਼ੈਂਪੂ ਯੂਜ਼ ਕਰ ਸਕਦੇ ਹੋ, ਕਿਉਂਕਿ ਜਿਹੜੇ ਐਂਟੀ ਡੈਂਡਰਫ ਸ਼ੈਂਪੂ ਹੈ ਉਹ ਯੂਜੂਲੀ ਵਾਲਾਂ ਨੂੰ ਡਰਾਈ ਕਰਦੇ ਹੈ, ਤਾਂ ਲੋਕਾਂ ਨੂੰ ਵਾਲ ਰੁੱਖੇ ਲੱਗਣੇ ਸ਼ੁਰੂ ਹੋ ਜਾਂਦੇ, ਇਸ ਲਈ ਲੋਕ ਥੋੜ੍ਹਾ ਦੇਰ ਯੂਜ਼ ਕਰਕੇ ਛੱਡ ਦਿੰਦੇ। ਤਾਂ ਉਸ 'ਚ ਇਹ ਹੈ ਕਿ ਉਹ ਸਿਰਫ ਆਪਣੇ ਸਕੈਲਪ 'ਤੇ ਯੂਜ਼ ਕਰੋ ਅਤੇ ਲੈਂਥ 'ਤੇ ਦੂਸਰਾ ਸ਼ੈਂਪੂ ਯੂਜ਼ ਕਰ ਸਕਦੇ ਹੋ। ਉਸ ਤੋਂ ਇਲਾਵਾ ਡੈਂਡਰਫ ਲਈ ਜ਼ਰੂਰੀ ਹੈ, ਜਿਵੇਂ ਮੈਂ ਪਹਿਲਾਂ ਦੱਸਿਆ, ਕਿ ਆਇਲ ਨਹੀਂ ਲਗਾਉਣਾ। ਮੋਸਟਲੀ ਲੋਕਾਂ ਨੂੰ ਲੱਗਦਾ ਕਿ ਜਦੋਂ ਤੇਲ ਲਗਾਉਂਦੇ ਹਾਂ ਤਾਂ ਬੈਟਰ ਹੋ ਜਾਂਦਾ ਹੈ। ਆਇਲ ਨਾਲ ਕੀ ਹੁੰਦਾ ਕਿ ਜਿਹੜੀ ਇਚਿੰਗ ਹੁੰਦੀ ਹੈ, ਜਿਹੜੀ ਖਾਰਿਸ਼ ਹੁੰਦੀ ਹੈ ਡੈਂਡਰਫ ਨਾਲ, ਉਹ ਰੁਕ ਜਾਂਦੀ ਹੈ। ਪਰ ਡੈਂਡਰਫ ਜਿਹੜਾ ਅੰਦਰ ਹੀ ਅੰਦਰ ਗਰੋ ਕਰਦਾ ਰਹਿੰਦਾ, ਵੱਧਦਾ ਰਹਿੰਦਾ। ਤੁਸੀਂ ਥੋੜ੍ਹੀ ਦੇਰ ਵੀ ਆਇਲ ਛੱਡੋਗੇ ਬਹੁਤ ਜ਼ਿਆਦਾ ਵੱਧ ਕੇ ਡੈਂਡਰਫ ਬਾਹਰ ਆਏਗਾ। ਇੱਕ ਮੇਨ ਪ੍ਰੋਬਲਮ ਇਹ ਵੀ ਹੈ ਕਿ ਛੋਟੀ ਉਮਰ ਦੇ ਵਿੱਚ ਅੱਜ ਕੱਲ੍ਹ ਨਿਆਣਿਆਂ ਦੇ ਵੀ ਵਾਲ ਚਿੱਟੇ ਹੋਣ ਲੱਗ ਪਏ, ਉਹਦਾ ਕਾਰਨ ਕੀ ਹੈ? ਜਿਹੜੇ ਚਿੱਟੇ ਵਾਲ ਹੋਣ ਦਾ ਕਾਰਨ ਹੈ, ਇੱਕ ਤਾਂ ਜੈਨੇਟਿਕਸ ਹੈ ਕਿ ਤੁਹਾਡੀ ਫੈਮਿਲੀ ਦੇ ਵਿੱਚ ਵੀ ਕਿਸੇ ਦੇ ਜਲਦੀ ਚਿੱਟੇ ਵਾਲ ਹੋਏ ਹੈ। ਡਾਇਟ ਦਾ ਬਹੁਤ ਵੱਡਾ ਰੋਲ ਹੈ, ਨਿਊਟ੍ਰੀਸ਼ਨ ਦਾ ਬਹੁਤ ਵੱਡਾ ਰੋਲ ਹੈ। ਉਹਦੇ ਵਿੱਚ ਇੱਕ
ਵਿਟਾਮਿਨ ਹੁੰਦਾ ਹੈ ਕੈਲਸ਼ੀਅਮ ਪੈਂਟੋਥੇਨੇਟ, ਜਿਹੜੇ ਆਪਣੇ ਵਾਲਾਂ ਨੂੰ ਕਾਲਾ ਰੱਖਣ ਦੇ ਵਿੱਚ ਹੈਲਪ ਕਰਦਾ ਹੈਗਾ। ਜੇ ਉਹਦੀ ਕਮੀ ਹੋਣੀ ਸ਼ੁਰੂ ਹੋ ਜਾਏ ਤਾਂ ਤੁਹਾਡੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹੈ। ਤਾਂ ਜ਼ਰੂਰੀ ਹੈ ਕਿ ਜੇ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਜਲਦੀ ਸ਼ੁਰੂ ਹੋਇਆ ਹੈ ਤਾਂ ਤੁਸੀਂ ਉਹਦੇ ਸਪਲੀਮੈਂਟ ਸ਼ੁਰੂ ਕਰ ਸਕਦੇ ਹੋ ਤਾਂ ਕਿ ਤੁਹਾਡੇ ਇੰਨੀ ਜਲਦੀ ਨਾ ਆਉਣ। ਜਾਂ ਜੇ ਕਿਉਂਕਿ ਜਦੋਂ ਇੱਕ ਵਾਰੀ ਚਿੱਟਾ ਵਾਲ ਆ ਜਾਂਦਾ ਹੈ ਉਹਨੂੰ ਕਾਲਾ ਕਰਨਾ ਮੁਸ਼ਕਿਲ ਹੈ। ਜਿਹਦੇ ਰੂਟ ਕਾਲੇ ਹੈ ਉਹਨੂੰ ਕਾਲਾ ਕੀਤਾ ਜਾ ਸਕਦਾ ਹੈ, ਪਰ ਜਿਹੜਾ ਵਾਲ ਪੂਰਾ ਚਿੱਟਾ ਆ ਗਿਆ ਉਹਨੂੰ ਕਾਲਾ ਨਹੀਂ ਕੀਤਾ ਜਾ ਸਕਦਾ, ਉਹ ਬਹੁਤ ਮੁਸ਼ਕਿਲ ਹੈ। ਉਹਦਾ ਰਿਸਪੌਂਸ ਸਿਰਫ 20-30 ਪੇਸ਼ੈਂਟਸ ਦੇ ਵਿੱਚ ਆਉਂਦਾ ਦਵਾਈਆਂ ਨਾਲ। ਤਾਂ ਇਹਦੇ ਵਿੱਚ ਪ੍ਰੀਵੈਂਸ਼ਨ ਜ਼ਿਆਦਾ ਜ਼ਰੂਰੀ ਹੈ ਕਿ ਪਹਿਲਾਂ ਹੀ ਧਿਆਨ ਰੱਖਿਆ ਜਾਏ ਕਿ ਡਾਇਟ ਆਪਣੀ ਪ੍ਰੋਪਰ ਹੋਏ ਅਤੇ ਨਿਊਟ੍ਰੀਸ਼ਨ ਪ੍ਰੋਪਰ ਹੋਏ। ਜੇ ਫੈਮਿਲੀ ਦੇ ਵਿੱਚ ਪ੍ਰੋਬਲਮ ਹੈ ਤਾਂ ਤੁਸੀਂ ਅਕੋਰਡਿੰਗਲੀ ਸਪਲੀਮੈਂਟੇਸ਼ਨ ਲੈ ਲਓ। ਬਿਲਕੁਲ। ਇੱਕ ਸਵਾਲ ਇਹ ਵੀ ਸਾਨੂੰ ਆਮ ਤੌਰ 'ਤੇ ਲੋਕ ਪੁੱਛਦੇ ਨੇ ਕਿ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੇ ਦਾੜੀ ਉਹ ਸੰਘਣੀ ਨਹੀਂ ਆ ਰਹੀ ਜਾਂ ਕਈਆਂ ਦੇ ਵਾਲ ਦਾੜੀ ਦੇ ਨਹੀਂ ਆ ਰਹੇ, ਉਹਦੇ ਲਈ ਖਾਸ ਪ੍ਰੀਕੋਸ਼ਨਸ ਕੀ ਨੇ ਜਾਂ ਕਾਰਨ ਕੀ ਰਹਿੰਦਾ ਹੈ? ਦੇਖੋ ਇਸ ਅਗੇਨ ਫਿਰ ਇਹ ਤੁਹਾਡੀ ਜੈਨੇਟਿਕਸ 'ਤੇ ਡਿਪੈਂਡ ਕਰੇਗਾ ਕਿ ਤੁਹਾਡੀ ਦਾੜੀ ਕਿਸ ਉਮਰ 'ਚ ਆਉਣੀ ਸ਼ੁਰੂ ਹੋ ਰਹੀ ਹੈ। ਕਈਆਂ ਦੇ 18 ਸਾਲ 'ਤੇ ਆਉਂਦੀ ਹੈ, ਕਈਆਂ ਦੇ 20 ਸਾਲ 'ਤੇ ਆਉਂਦੀ ਹੈ, ਕਈਆਂ ਦੇ ਉਸ ਤੋਂ ਵੀ ਬਾਅਦ 'ਚ ਆਉਂਦੀ ਹੈ। ਤਾਂ ਉਸ ਕੇਸ ਦੇ ਵਿੱਚ ਜਾਂ ਤਾਂ ਤੁਸੀਂ ਵੇਟ ਕਰ ਸਕਦੇ ਹੋ ਥੋੜ੍ਹਾ, ਕਿ ਹੋ ਸਕਦਾ ਹੈ ਕਿ ਹੈਅਰ ਗਰੋਥ ਜਿਹੜੀ ਹੈ ਵਿਦ ਟਾਈਮ ਆਉਣੀ ਸ਼ੁਰੂ ਹੋ ਜਾਏ। ਮੋਸਟਲੀ ਲੋਕ 18-19 ਸਾਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਕਿ ਨਹੀਂ ਆ ਰਹੀ, ਜੋ ਥੋੜ੍ਹਾ ਵੇਟ ਕਰਦੇ ਆ ਤਾਂ ਦਾੜੀ ਆਉਣੀ ਵੀ ਸ਼ੁਰੂ ਹੋ ਜਾਂਦੀ ਹੈ। ਉਸਦੇ ਵਿੱਚ ਕੁਝ ਲਗਾਉਣ ਵਾਲੀਆਂ ਮੈਡੀਸਿਨਸ ਯੂਜ਼ ਹੁੰਦੀਆਂ ਜਿਹੜੀਆਂ ਬਲੱਡ ਸਪਲਾਈ ਵਧਾ ਕੇ ਹੈਅਰ ਗਰੋਥ ਥੋੜ੍ਹੀ ਇੰਕਰੀਜ਼ ਕਰ ਦਿੰਦੀਆਂ, ਤਾਂ ਉਹ ਟਰਾਈ ਕੀਤੀਆਂ ਜਾ ਸਕਦੀਆਂ ਗਰੋਥ ਲਈ। ਬਟ ਇਨ ਕੇਸ ਕਿਸੇ ਦੇ ਬਿਲਕੁਲ ਹੀ ਨਹੀਂ ਆ ਰਹੀ ਹੈ, ਉਹ ਏਜ ਬਿਲਕੁਲ ਨਿਕਲ ਗਈ ਹੈ ਦਾੜੀ ਆਉਣ ਵਾਲੀ, ਤਾਂ ਉਸ ਕੇਸ ਦੇ ਵਿੱਚ ਬੀਅਰਡ ਟ੍ਰਾਂਸਪਲਾਂਟ ਹੁੰਦਾ ਹੈ। ਬੀਅਰਡ ਟ੍ਰਾਂਸਪਲਾਂਟ ਦੇ ਵਿੱਚ ਤੁਹਾਡੇ ਸਿਰ ਦੇ ਵਾਲ ਲਿੱਤੇ ਜਾਂਦੇ ਆ ਅਤੇ ਉਹ ਦਾੜੀ 'ਤੇ ਲਗਾਏ ਜਾਂਦੇ ਆ। ਉਹ ਦਾੜੀ ਸੰਘਣੀ ਕਰਨ ਲਈ ਵੀ ਲਗਾ ਸਕਦੇ ਹਾਂ ਜਾਂ ਪੂਰੀ ਦਾੜੀ ਬਣਾਉਣ ਲਈ ਵੀ ਲਗਾ ਸਕਦੇ ਹਾਂ। ਉਹ 'ਚ ਸਿੰਗਲ ਵਾਲ ਇੱਕ ਸਿਰ ਦੇ ਪਿੱਛੋਂ ਲਿੱਤਾ ਜਾਂਦਾ ਅਤੇ ਸਿੰਗਲ ਵਾਲ ਲੱਗਦਾ ਹੈਗਾ ਅਤੇ ਉਹ ਵਾਲ ਨੋਰਮਲੀ ਗਰੋ ਕਰਦੇ। ਉਹ ਗਰੋ ਕਰਨੇ ਸ਼ੁਰੂ ਹੋ ਜਾਂਦੇ ਨੇ? ਬਿਲਕੁਲ। ਉਹਦੀ ਗਰੋਥ ਜਿਹੜੀ ਹੈ 6 ਮੰਥਸ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ 1 ਸਾਲ ਦੇ ਵਿੱਚ ਕਾਫੀ ਜ਼ਿਆਦਾ ਸੰਘਣੇ ਹੋ ਜਾਂਦੇ ਆ। ਤਾਂ ਉਹ ਵੀ ਕੀਤਾ ਜਾ ਸਕਦਾ ਹੈ। ਉਹ ਸੇਮ ਜਿਵੇਂ ਹੈਅਰ ਟ੍ਰਾਂਸਪਲਾਂਟ ਕਰਦੇ ਹਾਂ ਉਸੇ ਤਰ੍ਹਾਂ ਬੀਅਰਡ ਟ੍ਰਾਂਸਪਲਾਂਟ ਵੀ ਹੁੰਦਾ ਹੈ। ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਥੈਂਕ ਯੂ। ਸੋ ਇਹ ਡਾਕਟਰ ਮਨਪ੍ਰੀਤ ਗੱਲਬਾਤ ਅਸੀਂ ਕਰ ਰਹੇ ਸੀਗੇ ਵਾਲਾਂ ਦੀ ਸੰਭਾਲ ਕਿਵੇਂ ਕਰੀਏ। ਉਮੀਦ ਹੈ ਤੁਹਾਡੇ ਬਹੁਤ ਸਾਰੇ ਸਵਾਲ ਨੇ ਤੁਹਾਨੂੰ ਉਹਨਾਂ ਦਾ ਜਵਾਬ ਮਿਲ ਗਿਆ ਹੋਵੇਗਾ, ਕਿਉਂਕਿ ਇਹ ਇੱਕ ਆਮ ਸਮੱਸਿਆ ਹੈ। ਵਾਲ ਚਿੱਟੇ ਹੋਣੇ ਇੱਕ ਆਮ ਸਮੱਸਿਆ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਸ਼ੋਅ ਚੰਗਾ ਲੱਗੇਗਾ। ਤੁਸੀਂ ਜੁੜੇ ਰਹੋ ਅੱਖਰ ਦੇ ਨਾਲ।